ਆਦਾਬ ਨਮਸਤੇ ਤੇ ਸਤਿ ਸ੍ਰੀ ਅਕਾਲ। ਮੈਂ ਹਾਂ ਵਿਸ਼ੂ ਮਹਿਤਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਵਿਦ ਮਿੰਟੂ ਗੁਰਸਰੀਆ ਜੀ। ਸੀਪੀਸੀ ਟੀਵੀ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਤੇ ਭਾਰਤ ਦੇ ਵਿੱਚ ਵਾਪਰ ਰਹੀਆਂ ਇੰਪੋਰਟੈਂਟ ਖਬਰਾਂ ਦੇ ਉੱਤੇ ਮਿੰਟੂ ਗੁਰਸਰੀਆ ਦੇ ਨਜ਼ਰੀਏ ਤੋਂ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਜਿੱਦਾਂ ਕਿ ਅਸੀਂ ਹਰ ਪ੍ਰੋਗਰਾਮ ਦੇ ਸਮਾਪਤੀ ਤੇ ਆਪਣੇ ਦਰਸ਼ਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਸੁਝਾਅ ਚੰਗੇ ਮੰਦੇ ਜੋ ਉੱਦਾਂ ਦੇ ਵੀ ਤੁਹਾਨੂੰ ਲੱਗਦੇ ਆ, ਸਾਡੇ ਲਈ ਤੁਹਾਡੀ ਫੀਡਬੈਕ ਬਹੁਤ ਜ਼ਰੂਰੀ ਹੈ। ਪਿਛਲੇ ਸ਼ੋਅ ਦੇ ਉੱਤੇ ਵੀ ਕਾਫੀ ਕਮੈਂਟਸ ਸਾਡੇ YouTube ਪੇਜ ਤੇ ਫੇਸਬੁੱਕ ਪੇਜ ਤੇ ਸਾਡੇ ਦਰਸ਼ਕਾਂ ਨੇ ਸ਼ੇਅਰ ਕੀਤੇ। ਅਸੀਂ ਉਹਨਾਂ ਨੂੰ ਐਕਨੋਲੇਜ ਕਰਦੇ ਹੋਏ ਅਸੀਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ, CPC TV ਤੇ ਅਸੀਂ ਜੋ ਵੀ ਸਟੈਪ ਲੈ ਰਹੇ ਹਾਂ ਉਹ ਬੈਟਰਮੈਂਟ ਲਈ ਅੱਗੇ ਵਧਾਉਣ ਲਈ ਹੀ ਲੈ ਰਹੇ ਹਾਂ। ਜਿੱਦਾਂ ਕਿ ਆਉਣ ਵਾਲੇ ਕੁਝ ਬਹੁਤ ਜਲਦ ਹੀ ਸਮੇਂ ਦੇ ਵਿੱਚ ਤੁਸੀਂ ਰੂਬਰੂ ਹੋ ਪਾਓਗੇ ਮਿੰਟੂ ਗੁਰਸਰੀਆ ਜੀ ਦੇ ਨਾਲ। ਅਸੀਂ ਸਟੂਡੀਓ ਦੇ ਵਿੱਚ ਉਹਨਾਂ ਨਾਲ ਤੁਹਾਨੂੰ ਕਾਲ ਦੀ ਸੇਵਾਵਾਂ 'ਤੇ ਹਾਜ਼ਰ ਹੋਵਾਂਗੇ। ਤੁਸੀਂ US ਕੈਨੇਡਾ ਆਸਟ੍ਰੇਲੀਆ ਕਿਤੋਂ ਵੀ ਈਵਨ ਕਿ ਇੰਡੀਆ ਦੇ ਵਿੱਚੋਂ ਵੀ ਅਸੀਂ ਇਸ ਕੰਮ 'ਤੇ ਕੰਮ ਕਰ ਰਹੇ ਹਾਂ ਕਿ ਜਿਹੜੀ ਕਾਲ ਹੈ WhatsApp ਦੇ ਥਰੂ ਮਿੰਟੂ ਗੁਰਸਰੀਆ ਦੇ ਨਾਲ ਗੱਲ ਹੋ ਸਕੇ। ਸਾਨੂੰ ਕਾਫੀ ਲੰਮੇ ਸਮੇਂ ਤੋਂ ਸਾਡੇ ਦਰਸ਼ਕ ਫੇਸਬੁੱਕ ਪੇਜ 'ਤੇ YouTube ਪੇਜ 'ਤੇ ਕਹਿੰਦੇ ਸੀ ਕਿ ਉਹ ਆਪਣੀ ਗੱਲਬਾਤ ਮਿੰਟੂ ਗੁਰਸਰੀਆ ਜੀ ਨਾਲ ਕਰਨਾ ਚਾਹੁੰਦੇ ਨੇ ਅਤੇ ਅਸੀਂ ਉਸ ਉਮੀਦ ਨੂੰ ਪੂਰਾ ਕਰਨ ਲਈ ਆਉਣ ਵਾਲੇ ਬਹੁਤ ਜਲਦ ਹੀ ਉਸ ਕਾਰਿਆਕਰਮ ਨੂੰ ਉਲੀਕ ਲਿਆ ਅਤੇ ਸ਼ਾਇਦ ਹੋ ਸਕਦਾ 1 ਜਾਂ 2 ਹਫ਼ਤੇ ਦੇ ਵਿੱਚ ਅਸੀਂ ਸਟੂਡੀਓ ਕਾਲ ਲਈ ਅਵੇਲੇਬਲ ਹੋਵਾਂਗੇ। ਦੂਸਰੀ ਜਿਹੜੀ ਗੱਲ ਹੈ ਪ੍ਰਵੀਨ ਸ਼ਰਮਾ ਜੀ ਨੂੰ ਲੈ ਕੇ, ਉਹ ਹੈ ਪ੍ਰਵੀਨ ਸ਼ਰਮਾ ਜੀ ਸਾਡੇ ਲਈ ਹੁਣ ਫੀਲਡ ਦੇ ਵਿੱਚੋਂ ਕਵਰੇਜ ਕਰਦੇ ਨੇ। ਉਹ ਰਿਪੋਰਟਸ ਇੱਦਾਂ ਹੀ ਜਾਰੀ ਰੱਖਣਗੇ ਆਪਣੀਆਂ ਸੇਵਾਵਾਂ CPC TV ਦੇ ਲਈ। ਉਹ ਸਾਡੇ ਨਾਲ ਹੀ ਨੇ ਅਤੇ ਸਾਡੇ ਨਾਲ ਹੀ ਕੰਮ ਕਰਦੇ ਰਹਿਣਗੇ। ਉਸ ਤੋਂ ਬਾਅਦ ਕੁਝ ਕਮੈਂਟਸ ਜਿਹੜੇ ਕਿ ਮੈਂ ਧੰਨਵਾਦੀ ਵੀ ਹਾਂ ਜਿਨ੍ਹਾਂ ਨੇ ਸਾਡੀ ਹੌਸਲਾ ਅਫਜ਼ਾਈ ਵੀ ਕੀਤੀ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਮਾफ़ੀ ਮੰਗਦੇ ਹਾਂ ਜੋ ਕਿ ਆਵਾਜ਼ ਨੂੰ ਲੈ ਕੇ ਇੱਕ ਇਸ਼ੂ ਸਾਡੇ ਸਾਹਮਣੇ ਆਇਆ, ਕਿਉਂਕਿ ਪਹਿਲਾ ਟਰਾਇਲ ਸੀ ਕੈਨੇਡਾ ਅਤੇ ਇੰਡੀਆ ਨੂੰ ਕਨੈਕਟ ਕਰਨ ਦਾ ਅਤੇ ਅਸੀਂ ਬਹੁਤ ਰਿਮੋਟ ਏਰੀਆ ਤੋਂ ਓਪਰੇਟ ਕਰਦੇ ਹਾਂ ਇੰਡੀਆ ਦੇ ਵਿੱਚ ਅਤੇ ਇਸ ਕਰਕੇ ਕੁਝ ਚੀਜ਼ਾਂ ਤਕਨੀਕੀ ਤੌਰ 'ਤੇ ਕਈ ਵਾਰ ਸਹੀ ਨਹੀਂ ਹੁੰਦੀਆਂ। ਲੇਕਿਨ ਅਸੀਂ ਉਮੀਦ ਕਰਦੇ ਹਾਂ ਅੱਜ ਦਾ ਜਿਹੜਾ ਸ਼ੋਅ ਹੈ ਉਹ ਤੁਹਾਡੀ ਉਮੀਦ 'ਤੇ ਖਰਾ ਉਤਰੂਗਾ। ਤੁਸੀਂ ਆਪਦੇ ਸੁਝਾਅ ਆਪਦਾ ਜੋ ਵੀ ਫੀਡਬੈਕ ਹੈ ਉਹ ਜ਼ਰੂਰ ਸਾਨੂੰ ਭੇਜਿਓ। ਇੱਦਾਂ ਹੀ ਤੁਹਾਡੀਆਂ ਸ਼ੁਭ ਇਛਾਵਾਂ ਦੇ ਨਾਲ CPC TV ਅੱਗੇ ਚੱਲਦਾ ਰਹੇ, ਐਸੀ ਉਮੀਦ ਨਾਲ ਮੈਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦਾ। ਮਿੰਟੂ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਜਿੱਦਾਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਲਖੀਮਪੁਰ ਕਤਲੇਆਮ ਦੇ ਬਾਰੇ, ਉਸ ਦੇ ਵਿੱਚ ਪੁਲਿਸ ਦੀ ਬਣਦੀ ਕਾਰਵਾਈ ਦੇ ਉੱਪਰ ਥੋੜ੍ਹਾ ਜਿਹਾ ਦੱਸੋ ਕਿ ਇੱਕ ਪਾਸਾ ਕੀ ਚਲਾਕੀ ਨਿੱਬਰ ਕੇ ਸਾਹਮਣੇ ਆ ਰਹੀ ਹੈ। ਹਾਂਜੀ ਦੇਖੋ, FIR ਇਹਨਾਂ ਨੇ ਦਰਜ ਕਰ ਲਈ ਸੀਗੀ। ਵੈਸੇ FIR ਘਟਨਾ ਵਾਲੇ ਦਿਨ ਦੀ ਨਹੀਂ, ਉਹ ਆਪਾਂ ਨੂੰ ਸਭ ਨੂੰ ਪਤਾ ਵਾ ਕਿ ਜਿਹੜੀ ਘਟਨਾ ਉਹ 3 ਨੂੰ ਵਾਪਰਦੀ ਆ। FIR ਜਿਹੜੀ ਕੱਟੀ ਗਈ ਆ ਉਹ ਕੱਟੀ ਗਈ ਆ 4 ਤਰੀਕ ਨੂੰ। ਹੁਣ ਜਿਹੜੀ FIR ਕੱਟੀ ਗਈ ਆ, ਵੇਖੋ ਇੱਕ ਤਾਂ ਕਾਮਯਾਬੀ ਹੈ ਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਬਹੁਤ ਜ਼ਿਆਦਾ ਰੋਹ ਸੀਗਾ ਲੋਕਾਂ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਬਦਨਾਮੀ ਹੋਈ ਹੋਏਗੀ ਇਹਨਾਂ ਦੀ, ਕਿਉਂਕਿ UK ਦੇ ਸੰਸਦ ਮੈਂਬਰ ਕੁਛ ਬੋਲ ਰਹੇ ਸਨ, ਕੁਛ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਕੁਝ ਸੈਲੀਬ੍ਰਿਟੀਜ਼ ਜਿਹੜੀਆਂ ਉਹ ਵੀ ਬੋਲੀਆਂ ਇਸ ਬਾਬਤ। ਕਹਿਣ ਦਾ ਮਤਲਬ ਕਿ ਸਾਰੀ ਜੇ ਦੁਨੀਆ ਦੇ ਵਿੱਚ ਵੇਖੋਗੇ ਤਾਂ ਘਟਨਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਕਾਬਲੇ ਜ਼ਿਕਰ ਹੋਈ ਆ। ਜ਼ਿਕਰ ਹੋਇਆ, ਜਦੋਂ ਜ਼ਿਕਰ ਹੁੰਦਾ ਹੈ ਇਹੋ ਜਿਹੀਆਂ ਜਿਹੜੀਆਂ ਦਰਦਦਾਇਕ ਘਟਨਾਵਾਂ ਹੁੰਦੀਆਂ ਤਾਂ ਫਿਰ ਲੋਕਾਂ ਦਾ ਫਿਕਰ ਵੀ ਹੁੰਦਾ ਹੈ ਕਿ ਉੱਥੇ ਜੋ ਕੁਝ ਚੱਲ ਰਿਹਾ ਹੈ ਉਹਦੇ ਪ੍ਰਤੀ ਇੱਕ ਫਿਕਰ ਦਾ ਜੁੜਾਵ ਵੀ ਨਾਲ ਹੁੰਦਾ ਹੈ। ਹੁਣ ਦੇਖੋ, ਜਿਹੜੀ FIR ਕੱਟੀ ਗਈ ਆ ਉਹਦੇ 'ਚ ਮੁੱਢਲੇ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਉਂ ਲੱਗਦਾ ਕਿ ਸਾਰਾ ਕੁਝ ਯਾਰ ਡਨ ਹੋ ਗਿਆ, ਕਿਉਂਕਿ ਟਕੈਤ ਸਾਹਿਬ ਉੱਥੇ ਪਹੁੰਚੇ। ਟਕੈਤ ਸਾਹਿਬ ਦਾ ਉੱਥੇ ਪਹੁੰਚਣਾ ਵੀ ਇੱਕ ਸਵਾਲ ਸੀ ਆਪਣੇ ਆਪ ਦੇ ਵਿੱਚ ਕਿ ਜਦੋਂ ਉੱਥੇ 44 ਲਾ ਦਿੱਤੇ ਗਈ, ਵੱਡੇ ਵੱਡੇ ਲੀਡਰਾਂ ਨੂੰ ਰੋਕ ਲਿਆ ਗਿਆ, ਟਕੈਤ ਸਾਹਿਬ ਕਿਵੇਂ ਪਹੁੰਚਦੇ ਆ। ਫਿਰ ਕੁਝ ਘੰਟਿਆਂ ਦੇ ਵਿੱਚ ਹੀ ਸਾਰਾ ਮਸਲਾ ਇੱਕ ਵਾਰੀ ਨਿਬੜਦਾ ਨਜ਼ਰ ਆਉਂਦਾ ਹੈ। ਉਹ ਚਲੋ ਇੱਕ ਵੱਖਰਾ ਵਿਸ਼ਾ ਵਾ। ਤਾਂ ਜਿਹੜੀ FIR ਸਾਨੂੰ ਵੀ ਇਉਂ ਲੱਗਦਾ ਆ ਕਿ ਬੜੀ ਤਗੜੀ ਆ, 302 ਲਾ ਦਿੱਤੀ ਗਈ। 302 ਹੁੰਦਾ ਕਿ ਕੋਈ ਮਾਮਲਾ ਜਿਹੜਾ ਉਹ ਕਤਲ ਦਾ ਜਦੋਂ ਬਣਦਾ ਹੋਵੇ, ਫਿਰ ਸਾਨੂੰ ਇਉਂ ਲੱਗਦਾ ਕਿ ਇਰਾਦਾ ਕਤਲ ਹੈ ਯਾਰ, ਨਾਲ 307 ਆ। ਮੈਂ ਤੁਹਾਨੂੰ ਕੁਛ ਇਹਨਾਂ ਦੇ ਜਿਹੜੇ ਹੋਰ ਧਾਰਾ ਵਾਲੇ ਹੈਗੇ ਆ ਖਾਨੇ ਜਿਵੇਂ ਇਹਨਾਂ ਨੇ ਭਰੇ ਉਹ ਦੱਸ ਦੇਣਾ। 147, 48, 49, 279, 338, 304A, 302, 120B। ਹੁਣ ਦੇਖੋ, ਵੇਖਣ ਦੇ ਵਿੱਚ ਲੱਗਦਾ ਕਿ ਬਹੁਤ ਸਟਰੋਂਗ ਕੇਸ ਆ, ਪਰ ਜੇ ਤੁਸੀਂ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰੋਗੇ ਜਾਂ ਜਿਹੜੇ ਲੀਗਲ ਐਕਸਪਰਟ ਨੇ ਇਸ ਮਾਮਲੇ ਦੇ ਵਿੱਚ, ਉਹ ਬਹੁਤ ਜਲਦੀ ਤੁਹਾਨੂੰ ਇਹਦਾ ਸਿੱਟਾ ਕੱਢ ਦੇਣਗੇ ਕਿ ਇਹ FIR ਦਰਅਸਲ ਇੱਕ FIR ਨਾ ਹੋ ਕੇ ਇੱਕ ਮਕਾਰੀ ਹੈ।
ਇੱਕ ਚਾਲਬਾਜ਼ੀ ਹੈ। ਉਹਦਾ ਕਾਰਨ ਇਹ ਆ ਕਿ ਜਿੱਦਾਂ ਹੁਣ ਤੁਸੀਂ ਦੇਖੋ 147 48 49 ਧਾਰਾ ਹੁੰਦੀ ਹੈ, ਜਿੱਦਾਂ ਮਤਲਬ ਕਿ ਰਾਈਟਿੰਗ ਦੀ ਆ ਗਈ, ਪਰੰਤੂ ਇਹਦੇ ਵਿੱਚ ਜੇ ਆਪਾਂ ਦੇਖੀਏ 302 307 ਨੂੰ ਛੱਡ ਕੇ 279 338 ਇਹ ਡਰਾਈਵਿੰਗ ਨਾਲ ਜੁੜੀਆਂ ਨੇ, ਜਿਹਨੂੰ ਆਪਾਂ ਰਸ਼ ਡਰਾਈਵਿੰਗ ਕਹਿ ਦਿੰਦੇ ਆ, ਜਾਂ ਇੱਕ ਇਸ ਤਰ੍ਹਾਂ ਦੀ ਧਾਰਾ ਹੈ 338 ਕਿ ਕਿਸੇ ਦੀ ਸਿਕਿਉਰਿਟੀ ਨੂੰ ਖਤਰੇ 'ਚ ਪਾਉਣਾ, ਕਿਸੇ ਦੀ ਜਾਨ ਨੂੰ ਜੋਖਮ 'ਚ ਪਾਉਣਾ, ਇਸ ਤਰ੍ਹਾਂ। ਤਾਂ ਕੁੱਲ ਮਿਲਾ ਕੇ ਜਿਹੜਾ 304 ਇਹ ਆ ਉਹ ਬਣਦਾ 304 ਇਹ ਗੈਰ ਇਰਾਦਤਨ ਹੱਤਿਆ, ਐਕਸੀਡੈਂਟਲ ਕੇਸ। ਹੁਣ ਇੱਥੇ ਬੜੀ ਇੱਕ ਤੁਹਾਨੂੰ ਕੰਟਰਾਡਿਕਸ਼ਨ ਵੇਖਣ ਨੂੰ ਮਿਲੇਗੀ, ਵਿਰੋਧਾਭਾਸ ਵੇਖਣ ਨੂੰ ਮਿਲੇਗਾ ਕਿ ਇੱਕ ਪਾਸੇ ਕਤਲ ਦਾ ਮਾਮਲਾ ਤੇ ਨਾਲ ਹੀ ਉਹਦੇ ਵਿੱਚ ਗੈਰ ਇਰਾਦਤਨ ਕਤਲ ਦਾ ਮਾਮਲਾ, ਗੈਰ ਇਰਾਦਤਨ ਹੱਤਿਆ। ਮੈਂ ਇਹਨੂੰ ਸਰਲ ਅੱਖਰਾਂ ਦੇ ਨਾਲ ਸਮਝਾ ਦਿੰਦਾ। ਆਪਾਂ ਫਰਜ਼ ਕਰੋ ਮੈਂ ਇੱਕ ਸਾਈਕਲ ਤੇ ਮੈਂ ਤੁਰਿਆ ਆਉਣਾ, ਹਾਂਜੀ, ਕੋਈ ਬੰਦਾ ਮੈਨੂੰ ਰਾਹ ਦੇ ਵਿੱਚ ਕੋਈ ਰੋੜਾ ਮਾਰਦਾ ਵਾ ਜਾਂ ਗਾਲ ਕੱਢਦਾ ਵਾ, ਮੈਂ ਉਹ ਤੋਂ ਅੱਗੇ ਨਿਕਲ ਆਉਣਾ ਕਿ ਯਾਰ ਛੱਡੋ ਖੜਾ, ਛੇਤਰ ਖਾਵਾਂਗੇ, ਤਗੜਾ ਬੰਦਾ ਵਾ। ਪਰ ਰਾਹ ਦੇ ਵਿੱਚ ਉਹਦਾ ਬਾਪੂ ਜਾਂ ਉਹਦਾ ਕੋਈ ਹੋਰ ਰਿਸ਼ਤੇਦਾਰ ਜਾਂਦਾ ਹੈ, ਉਹ ਪੰਡ ਚੱਕੀ ਜਾਂਦਾ ਪੱਠਿਆਂ ਦੀ, ਮੈਂ ਲਿਜਾ ਕੇ ਉਹਦੇ ਵਿੱਚ ਸਾਈਕਲ ਜਾਣਬੁੱਝ ਕੇ ਮਾਰਦਾ ਵਾਂ ਕਿ ਉਹਦਾ ਗੁੱਸਾ ਇਹਦੇ ਤੇ ਕੱਢ ਦੇਵਾਂ। ਉਹ ਬੰਦਾ ਮਤਲਬ ਕਿ ਉਹਦੇ ਸਿਰ ਤੇ ਭਾਰੀ ਪੰਡ ਆ, ਉਹ ਪੰਡ ਦੇ ਭਾਰ ਦੇ ਨਾਲ ਉਹਦੇ ਧੌਣ ਦਾ ਮਣਕਾ ਟੁੱਟ ਗਿਆ, ਬੰਦਾ ਮਰ ਗਿਆ। ਤੇ ਮੈਂ ਉੱਥੇ ਕੀ ਕਹੂੰਗਾ? ਮੈਂ ਕਹੂੰਗਾ ਜੀ ਮੇਰਾ ਕੋਈ ਇਰਾਦਾ ਨਹੀਂ ਸੀਗਾ, ਦਰਅਸਲ ਮੇਰੇ ਸਾਈਕਲ ਦਾ ਚਿਮਟਾ ਵਿੰਗਾ ਸੀਗਾ, ਉਹ ਕਰਦਿਆਂ 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 ਇਹਦੇ ਵਿੱਚ ਜਾ ਵੱਜਾ। ਤਾਂ ਪਰਚਾ ਕਿਹੜਾ ਬਣ ਗਿਆ? ਗੈਰ ਇਰਾਦਤਨ। ਇਹਦਾ ਇਰਾਦਾ ਨਹੀਂ ਸੀਗਾ ਮਾਰਨ ਦਾ, ਪਰ ਇੱਕ ਐਕਸੀਡੈਂਟਲ ਘਟਨਾ ਹੈ। ਹਾਂਜੀ, ਇਹ ਆਪਣੇ ਆਪ ਦੇ ਵਿੱਚ ਕੰਟਰਾਡਿਕਸ਼ਨ ਨਹੀਂ ਹੈ ਕਿ ਇੱਕ ਪਾਸੇ ਤੁਸੀਂ ਇੱਕੋ FIR ਦੇ ਵਿੱਚ ਕਹਿੰਦੇ ਹੋ ਕਿ ਹੱਤਿਆ ਦਾ ਮਾਮਲਾ ਹੈ, ਉਸੇ ਹੀ FIR ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹ ਗੈਰ ਇਰਾਦਤਨ ਹੱਤਿਆ। ਪੰਜਾਬ ਪੁਲਿਸ ਦੇ ਕੁਝ ਜਿਹੜੇ, ਹਾਂਜੀ, ਪੰਜਾਬ ਪੁਲਿਸ ਦੇ ਕੁਝ ਜਿਹੜੇ ਕਹਿ ਲੋ ਕਿ ਬਹੁਤ ਇਹਨਾਂ ਮਾਮਲਿਆਂ ਦੇ ਵਿੱਚ ਪਕੜ ਰੱਖਦੇ, ਉਹ ਵੀ ਤੁਹਾਨੂੰ ਦੱਸ ਦੇਣਗੇ, ਜਿਹੜੇ ਲੀਗਲ ਐਕਸਪਰਟ ਹੈ ਉਹ ਵੀ ਦੱਸ ਦੇਣਗੇ ਕਿ ਕੱਲ ਨੂੰ ਹੁੰਦਾ ਕੀ ਹੈ ਕਿ ਫਰਜ਼ ਕਰੋ ਇਹ ਗੈਰ ਇਰਾਦਤਨ ਹੱਤਿਆ ਉੱਥੇ ਐਸਟੈਬਲਿਸ਼ ਹੋ ਜਾਂਦੀ ਹੈ ਜਾ ਕੇ ਕੋਰਟ ਦੇ ਵਿੱਚ। ਹਾਂਜੀ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪੁਲਿਸ ਸਾਰੀ ਜਿਹੜੀ ਹੈ ਉਹ ਉਸ ਮੁੰਡੇ ਦੇ ਜਿਹਦੇ ਨਾਂ ਸਾਰਾ ਘਿਨਾਉਣਾ ਕਾਂਡ ਲੱਗਦਾ ਵਾ, ਉਹਦੇ ਪਿਓ ਦੇ ਥੱਲੇ ਹੀ ਹੈ ਇੱਕ ਤਰ੍ਹਾਂ ਨਾਲ, ਉਹ ਡਿਪਟੀ ਹੋਮ ਮਿਨਿਸਟਰ ਹੈ ਇੰਡੀਆ ਦਾ। ਕੱਲ ਨੂੰ ਉਹਦਾ ਜਿਹੜਾ ਅਮਲਾ ਫਾਈਲਾ ਉਹਨੇ ਉਹਦੀ ਉਹ ਗੱਲ ਕਰਨੀ ਹੈ। ਫਰਜ਼ ਕਰੋ ਇਹ 304 ਇਹ ਐਸਟੈਬਲਿਸ਼ ਹੋ ਜਾਂਦੀ ਹੈ ਜਾ ਕੇ ਕਿ ਗੈਰ ਇਰਾਦਤਨ ਹੱਤਿਆ ਹੈ, ਤੇ ਹੱਤਿਆ ਦੀ ਧਾਰਾ ਫਿਰ ਉੱਥੇ ਕਿੱਥੇ ਖੜੇਗੀ? ਉਹ ਤਾਂ ਆਪਣੇ ਆਪ ਹੀ ਡਿੱਗ ਪਏਗੀ ਨਾ। ਹਾਂਜੀ, ਇਹ ਤਾਂ ਕਾਨੂੰਨੀ ਇਸ ਮਾਮਲੇ ਕਰਨ ਦੀ ਗੱਲ ਹੋ ਗਈ ਹੈ ਵੀ ਪਹਿਲਾਂ ਹੀ ਜਿਹੜਾ ਇਨਸੀਡੈਂਟ ਹੈ ਕਿ ਉਹਨੂੰ ਨਿਊਟਰਲ ਜਿਹਾ ਕਰਕੇ ਚਾਰजेस ਪਾ ਦਿੱਤੇ ਜਾਣ, ਵੀ ਕੱਲ ਨੂੰ ਉਹ ਧਾਰਾਵਾਂ ਤੋੜਨੀਆਂ ਆਸਾਨ ਹੋ ਜਾਣ ਡਿਫੈਂਸ ਪੱਖ ਵੱਲੋਂ, ਜੇ ਮਸਲਾ ਅੱਗੇ ਵੱਧਦਾ। ਬਿਲਕੁਲ ਬਿਲਕੁਲ ਇਹੀ ਗੱਲ ਹੈ। ਨਜ਼ਰ ਇਹੀ ਆ ਰਿਹਾ ਕਿ 302 307 ਲਾਈ ਤਾਂ ਜ਼ਰੂਰ ਆ, ਹਾਂਜੀ, ਲੱਗ ਇਹੋ ਰਿਹਾ ਕਿ ਬਹੁਤ ਸਟਰੋਂਗ ਮੁਕੱਦਮਾ ਬਣਿਆ, ਪਰ ਜੇ ਨਾਲ ਹੁਣ 304 ਇਹ ਦੇਖਦੇ ਆ, ਫਿਰ 338 ਦੇਖਦੇ ਆ, ਫਿਰ ਇਸ ਤੋਂ ਇਲਾਵਾ 279 ਦੇਖਦੇ ਆ, ਇਹ ਸਾਰੀਆਂ ਜਿਹੜੀਆਂ ਨੇ ਉਹ ਜਿੱਦਾਂ ਆਪਾਂ ਕਹਿ ਲਈਏ ਕਿ ਰੋਡ ਐਕਸੀਡੈਂਟ ਨਾਲ ਜੁੜੀਆਂ ਹੋਈਆਂ ਨੇ। ਹਾਂਜੀ, ਨਹੀਂ ਮਿੰਟੂ ਜੀ, ਫਿਰ ਇੱਥੇ ਇਹਦੇ ਵਿੱਚ ਬਹੁਤ ਸਵਾਲ ਇਹ ਬਣਦਾ ਕਿ ਜਿਹੜਾ ਵਿਰੋਧੀ ਧਿਰ ਹੈ ਆਪਣਾ, ਜਿਹੜੇ ਵੀ ਉਹਨਾਂ ਦੀ ਸਪੋਰਟ ਲਈ ਵੀ ਐਡੇ ਤੁਸੀਂ ਲੀਡਰ ਕਹਿ ਰਹੇ ਹੋ, ਉੱਥੇ ਆਪਾਂ ਚਾਹੇ ਕਿਸਾਨ ਯੂਨੀਅਨ ਵੱਲੋਂ ਲਾ ਲਈਏ ਜਾਂ ਟਕੈਤ ਸਾਹਿਬ ਲਾ ਲਈਏ, ਲੀਗਲ ਐਡਵਾਈਜ਼ਰਸ, ਹਰ ਤਰ੍ਹਾਂ ਦੀ ਸਪੋਰਟ ਉੱਥੇ ਅਵੇਲੇਬਲ ਹੈ। ਜਦੋਂ FIR ਹੁੰਦੀ ਹੈ, ਤੁਸੀਂ ਕਹੋਗੇ ਕਿ ਵੀ ਇਹ ਸਾਰੀ ਚੀਜ਼ ਤਾਂ ਹੁਣ ਕੋਰਟ 'ਚ ਜਾ ਕੇ ਨਿਬੜੂਗੀ, ਵੀ ਕਿਹੜੀ ਟੁੱਟੂਗੀ ਕਿਹੜੀ ਰਹੂਗੀ, ਲੇਕਿਨ ਕੀ ਬਣਦੀ ਕਾਰਵਾਈ ਜਦੋਂ FIR ਦਾ ਇਨਸੀਡੈਂਟ ਹੈਗਾ ਤਾਂ ਦੋਨੋਂ ਪਾਰਟੀਆਂ ਦੀ ਗੱਲ ਸੁਣ ਕੇ ਉੱਥੇ ਉਹਨੂੰ ਦਰਜ ਕਰਨਾ ਚਾਹੀਦਾ ਮੁਕਾਮ, ਤੇ ਉਹਦੇ ਵਿਰੋਧ ਦੇ ਵਿੱਚ ਕੋਈ ਐਕਸ਼ਨ ਨਹੀਂ? ਨਹੀਂ, ਦੇਖੋ ਉੱਥੇ ਸਾਰੀਆਂ ਸਿਆਸੀ ਤਨਜ਼ੀਮਾਂ ਦੇ ਲੀਡਰ ਜਿਹੜੇ ਵਿਰੋਧੀ ਧਿਰ ਦੇ ਆ ਖਾਸ ਤੌਰ ਤੇ, ਉਹ ਕਰ ਰਹੇ ਕਿਤੇ ਨਾ ਕਿਤੇ ਯਤਨ ਕਿ ਹਾਂ ਅਸੀਂ ਉੱਥੇ ਪਹੁੰਚੀਏ, ਪਰ ਗੱਲ ਇਹ ਹੈ ਨਾ ਕਿ ਤੁਸੀਂ ਇਹ ਦੇਖੋਗੇ ਕਿ FIR ਦੀ ਕਾਪੀ ਤੱਕ ਪਹਿਲਾਂ ਦਿੱਤੀ ਹੋਈ ਨਹੀਂ ਗਈ। ਜਿੰਨਾ ਕੁ ਇਸ ਮਾਮਲੇ ਦਾ ਇਹ ਪੱਖ ਜਿਹੜਾ ਸਮਝ ਦੇ ਵਿੱਚ ਆਉਂਦਾ ਹੈ ਕਿ ਰੋਜ਼ ਨਾਮਚਾ ਸ਼ਾਇਦ ਐਤਵਾਰ ਹੀ ਰੋਕ ਦਿੱਤਾ ਗਿਆ। ਹਾਂਜੀ, ਤੇ ਬੇਸ਼ੱਕ ਮੁਕੱਦਮਾ 4 ਨੂੰ ਨਜ਼ਰ ਆ ਰਿਹਾ ਸਾਨੂੰ, ਹੋ ਸਕਦਾ ਇਹ ਤੋਂ ਵੀ ਲੇਟ ਕੀਤਾ ਗਿਆ ਹੋਵੇ ਦਰਜ। ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਬਹੁਤ ਆਸਾਨੀ ਨਾਲ ਸਮਝ ਜਾਓਗੇ ਕਿ ਸਾਰੀ ਉਹ ਕਾਨੂੰਨੀ ਜਿਹੜੀ ਕਹਿ ਲਓ ਕਿ ਪ੍ਰਕਿਰਿਆ ਸੀ ਉਹ ਰੋਕ ਰੱਖੀ ਸੀ,
ਤੇ ਜੋ ਕਾਇਦੇ ਦੇ ਮੁਤਾਬਕ ਚੀਜ਼ਾਂ ਬਣਦੀਆਂ ਸੀ ਹੋਲਡ ਦੇ ਕਰਕੇ ਉਸ ਤੋਂ ਬਾਅਦ ਪੂਰਾ ਮਿੱਥ ਕੇ ਕਿ ਹਾਂ ਭਾਈ ਇੱਕ ਵਾਰੀ ਇਹ ਕੀਤਾ ਜਾ ਸਕਦਾ ਕਿ ਅੱਖਾਂ ਠੰਡੀਆਂ ਹੋ ਜਾਣ, ਸਹਿਮਤੀ ਲੈ ਲਈਏ, ਉਸ ਤੋਂ ਬਾਅਦ ਦੇਖੀ ਜਾਊਗੀ। ਪਰ ਇਹ FIR ਦੀ ਕਾਪੀ ਜਿਹੜੀ ਹੈ ਬਾਅਦ ਚ ਬਾਹਰ ਆਉਂਦੀ ਹੈ। ਠੀਕ ਹੈ ਜੀ। ਕਿਉਂਕਿ ਜਦੋਂ ਇਹ ਸਹਿਮਤੀ ਬਣ ਗਈ, ਕਿਹਾ ਗਿਆ ਕਿ ਪਰਚਾ ਹੋ ਗਿਆ ਜੀ, ਪਰਚਾ ਹੋ ਗਿਆ, ਪਰ ਬਾਅਦ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਸਾਰੇ ਇਹ ਖਬਰਾਂ ਦੇ ਵਿੱਚ ਵੀ ਆਏ ਸੀਗੇ ਮਾਮਲੇ ਕਿ ਪਰਿਵਾਰਾਂ 'ਚ ਕਿਤੇ ਨਾ ਕਿਤੇ ਭਾਈ ਕਹਿ ਲੋ ਕਿ ਅਸੰਤੁਸ਼ਟੀ ਆ। ਹਾਂਜੀ, ਉਹ ਸੰਤੁਸ਼ਟ ਨਹੀਂ ਹੈ, ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਕਾਰਵਾਈ ਤੋਂ ਭਾਵ ਕੀ ਸੀਗਾ ਕਿ ਇੱਕ ਤਾਂ ਪੋਸਟਮਾਰਟਮ ਦੀ ਰਿਪੋਰਟ ਸ਼ਾਇਦ ਨਹੀਂ ਸੀ ਮਿਲ ਰਹੀ ਉਹਨਾਂ ਨੂੰ, ਇੱਕ FIR ਦੀ ਕਾਪੀ ਨਹੀਂ ਸੀ ਮਿਲ ਰਹੀ, ਔਰ ਤੀਜਾ ਇਹ ਉਹਨਾਂ ਦਾ ਕਹਿਣਾ ਸੀਗਾ ਕਿ ਖਾਸ ਤੌਰ ਤੇ ਗੁਰਵਿੰਦਰ ਵਾਲੇ ਮਾਮਲੇ ਦੇ ਵਿੱਚ ਕਿ ਗੁਰਵਿੰਦਰ ਨੂੰ ਗੋਲੀ ਲੱਗੀ ਹੈ ਬਟ ਉਹਨੂੰ ਬਣਾਇਆ ਜਾ ਰਿਹਾ ਸਰੀਏ ਦਾ ਜ਼ਖਮ, ਸਰੀਏ ਦਾ ਸੁਰਾਖ ਹੋਇਆ ਵਾ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਹੀ ਆ ਨਾ ਕਿ FIR ਦੀ ਕਾਪੀ ਜਿਹੜੀ ਆ ਉਹ ਲੇਟ ਦਿੱਤੀ ਗਈ ਜਦੋਂ ਰੌਲਾ ਪੈ ਗਿਆ, ਮਤਲਬ ਕਿ ਬਾਅਦ ਦੇ ਵਿੱਚ ਮਾਮਲਾ ਫਸ ਗਿਆ, ਟਕੈਤ ਸਾਹਿਬ ਫੇਰ ਜਾਂਦੇ ਨੇ। ਔਰ ਉਸੇ ਦਰਮਿਆਨ ਮਤਲਬ ਕਿ ਟਕੈਤ ਸਾਹਿਬ ਦੇ ਪਹੁੰਚਣ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਜਯੰਤ ਚੌਧਰੀ ਉੱਥੇ ਪਹੁੰਚ ਜਾਂਦਾ। ਹਾਂਜੀ, ਪ੍ਰਿਯੰਕਾ ਗਾਂਧੀ ਤੱਕ ਜਿਹੜੇ ਆ ਉਹ ਵੀ ਫੋਨ ਤੇ ਗੱਲਬਾਤ ਕਰ ਲੈਂਦੇ ਆ ਪੀੜਤ ਪਰਿਵਾਰ ਦੇ ਨਾਲ। ਮਾਮਲਾ ਮਤਲਬ ਕਿ ਸਹਿਮਤੀ ਤੇ ਪਹੁੰਚਣ ਤੋਂ ਬਾਅਦ ਫੇਰ ਕਿਤੇ ਨਾ ਕਿਤੇ ਅਸਹਿਮਤੀ ਤੇ ਆ ਜਾਂਦਾ ਹੈ। ਠੀਕ ਹੈ, ਜਿਹੜੇ ਪੀੜਤ ਪਰਿਵਾਰ ਨੇ ਉਹ ਦੁਬਾਰਾ ਸ਼ੰਕਿਆਂ ਦੇ ਵਿੱਚ ਚਲੇ ਜਾਂਦੇ, ਸੰਸ਼ਿਆਂ ਦੇ ਵਿੱਚ ਚਲੇ ਜਾਂਦੇ ਕਿ ਸਾਡੇ ਨਾਲ ਕੀ ਚੱਲ ਰਿਹਾ ਹੈ। ਪਰ ਹੁਣ FIR ਦੀ ਕਾਪੀ ਦੇਣੀ ਪਵੇਗੀ, ਰੌਲਾ ਪੈ ਗਿਆ ਤਾਂ FIR ਦੀ ਕਾਪੀ ਜ਼ਰੂਰ ਦਿੱਤੀ ਗਈ। ਤਾਂ ਮੈਂ ਜਿਵੇਂ ਕਹਿ ਰਿਹਾ ਕਿ ਸ਼ਾਇਦ ਉਹ ਸਾਰਾ ਕੁਝ ਜਿਹੜਾ ਜਾਣ ਬੁੱਝ ਕੇ ਇੱਕ ਵਾਰੀ ਹੋਲਡ ਤੇ ਕਰਕੇ ਉਹ ਸਾਰਾ ਕੁਝ ਕੀਤਾ ਗਿਆ, ਪਰ ਬਾਅਦ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ 'ਚ, ਕਿਉਂਕਿ ਦੇਖੋ ਮੈਂ ਕੋਈ ਲੀਗਲ ਐਕਸਪਰਟ ਨਹੀਂ ਆ, ਪਰ ਇਸ FIR ਦੇ ਵਿੱਚ ਜਿਹੜੀ ਇਹ ਸਾਰੀਆਂ ਧਾਰਾ ਦੀ ਜਿਹੜੀ ਤੁਸੀਂ ਦੇਖੋਗੇ ਸਾਰੀ ਜੋ ਆਪਾਂ ਇੱਕ ਬਣਤਰ ਦੇਖਦੇ ਆ FIR ਦੇ ਵਿੱਚ, ਉਹ ਬਣਤਰ ਤੇ ਜੋ ਮਤਲਬ ਕਿ ਲੱਗਦਾ ਆ ਜੋ ਉਹਦਾ ਸਾਰਾ ਜਿਸ ਤਰੀਕੇ ਦੀ ਉਹ ਭਾਸ਼ਾ ਹੈ, ਜਿਸ ਤਰੀਕੇ ਨਾਲ ਉਹ ਵਰਤੀ ਗਈ ਆ, ਲੱਗਦਾ ਇਹੋ ਆ ਕਿ ਉਹ ਸ਼ਾਇਦ ਸੋਚ ਸਮਝ ਕੇ ਹਾਂਜੀ ਬਹੁਤ ਦੂਰ ਅੰਦੇਸ਼ਤਾ ਨਾਲ ਹੋ ਸਕਦਾ ਮੱਥਾ ਕਪਾਈ ਕਰਕੇ ਜਿਹੜੀ ਹੈ ਉਹ ਬਣਾਈ ਗਈ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਐਕਸੀਡੈਂਟਲ ਸਾਬਤ ਹੋ ਜਾਂਦਾ ਤਾਂ 302 307 ਬੇਸ਼ੱਕ ਨਾਲੋਂ ਖੜੀਆਂ ਹੋਣਗੀਆਂ, ਸਟੈਂਡ ਕਰਦੀਆਂ ਹੋਣਗੀਆਂ, ਪਰੰਤੂ ਉਹ ਤੁਸੀਂ ਦੱਸੋ ਕਿ ਕਿਵੇਂ ਸਜ਼ਾ ਦੇ ਕਾਬਿਲ ਬਣਾਉਣਗੀਆਂ ਕਿਸੇ ਦੋਸ਼ੀ ਨੂੰ, ਕਿਉਂਕਿ ਜੇ ਘਟਨਾ ਹੀ ਜਿਹੜੀ ਹੈ ਉਹ ਦੁਰਘਟਨਾ ਦੇ ਵਿੱਚ ਬਦਲ ਜਾਂਦੀ ਹੈ। ਤਾਂ ਸੋ ਸਵਾਲ ਇਸ ਕਰਕੇ ਨੇ ਕੁਛ। ਹਾਂ ਠੀਕ ਆ ਕਿ ਜਿਹੜੇ ਸਾਡੇ ਉੱਥੇ ਸਹਿਮਤੀ ਕਰਵਾਉਣ ਵਾਲੇ ਆਗੂ ਆ ਉਹਨਾਂ ਨੂੰ ਚਾਹੀਦਾ ਸੀਗਾ ਕਿ ਲੀਗਲ ਐਸਪੈਕਟ ਤੋਂ ਦੇਖ ਕੇ ਇਹਨਾਂ ਚੀਜ਼ਾਂ ਦੇ ਪਰਪੇਖ ਚੋਂ ਵੇਖ ਕੇ ਕਿਸੇ ਚੰਗੇ ਕਾਨੂੰਨੀ ਮਾਹਰ ਦੀ ਰਾਏ ਲੈਂਦੇ ਤਾਂ ਠੀਕ ਸੀਗਾ ਕਿ FIR ਜਿਹੜੀ ਦਰਜ ਕਰਨੀ ਆ ਭਾਈ ਕੋਈ FIR ਦੇ ਵਿੱਚ ਕਮੀ ਨਾ ਰਹਿ ਜਾਵੇ, ਪਰ ਇਹ ਬੇਸਿਕ ਕਮੀ ਨਜ਼ਰ ਆ ਰਹੀ ਆ। ਹੁਣ ਅੱਗੇ ਕੀ ਹੁੰਦਾ ਦੇਖੋ ਭਾਈ। ਨਹੀਂ, ਤੁਹਾਡੀ ਅਸੀਂ ਉਮੀਦ ਕਰਦੇ ਹਾਂ ਸਾਡੇ ਕੋਈ ਦੋਸਤ ਮਿੱਤਰ ਭੈਣ ਭਰਾ ਜੋ ਕਿ ਇਹ ਸ਼ੋਅ ਦੇਖ ਰਹੇ ਹੋਣ ਉਹਨਾਂ ਤੱਕ ਜੇ ਤੁਹਾਡੀ ਆਵਾਜ਼ ਇਹ ਪਹੁੰਚਾ ਸਕਦੇ ਆ ਕਿ ਉਹ ਇਸ ਐਸਪੈਕਟ ਨੂੰ ਵੀ ਕਵਰ ਕਰਨ। ਦੂਜੀ ਜਿਹੜੀ ਗੱਲ ਹੈ ਜੀ ਮਿੰਟੂ ਜੀ, ਜਿਹੜਾ ਸਭ ਤੋਂ ਜ਼ਰੂਰੀ ਐਸਪੈਕਟ ਦੇਖਿਆ ਜਾਂਦਾ ਮੀਡੀਆ ਦਾ ਜਿਹੜਾ ਰੋਲ ਹੈ, ਮੀਡੀਆ ਡੈਮੋਕ੍ਰੇਸੀ ਦਾ ਇੱਕ ਇੰਪੋਰਟੈਂਟ ਸਤੰਭ ਮੰਨਿਆ ਜਾਂਦਾ, ਲੇਕਿਨ ਮੀਡੀਆ ਜੋ ਕਿ ਖਾਸ ਤੌਰ ਤੇ ਭਾਰਤੀ ਮੀਡੀਆ ਦੇ ਉੱਤੇ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਦਾ ਜਿਹੜਾ ਲੇਟਲੀ ਜਿਹੜਾ ਸਮਾਂ ਰਿਹਾ ਉਹ ਬਦਨਾਮੀ ਵੱਲ ਜ਼ਿਆਦਾ ਰਿਹਾ ਦੇਸ਼ ਵਿਦੇਸ਼ ਦੇ ਵਿੱਚ, ਕੀ ਰੀਜ਼ਨ ਨੇ ਜੀ? ਹਾਂਜੀ ਦੇਖੋ ਗੱਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਜਦੋਂ ਮੋਦੀ ਸਾਹਿਬ ਗਏ ਨੇ ਨਾ US ਦੇ ਵਿੱਚ, ਹਾਂਜੀ ਉੱਥੇ ਬਾਈਡਨ ਸਾਹਿਬ ਨੇ ਅੱਛੀ ਇਹਨਾਂ ਦੀ ਸਲਾਹਤ ਕੀਤੀ ਸੀਗੀ ਕਿ ਇੰਡੀਆ ਦਾ ਮੀਡੀਆ ਵੇਖੋ ਕਿੰਨਾ ਵਧੀਆ ਹੈ, ਸ਼ਾਲੀਨ ਆ, ਕਿੰਨਾ ਗੁੱਡ ਆ। ਕਹਿਣ ਦਾ ਭਾਵ ਕੀ ਸੀਗਾ ਕਿ ਵੇਖੋ ਜਦੋਂ ਅਸੀਂ ਮਤਲਬ ਕਿ ਦੋ ਦੇਸ਼ਾਂ ਦੇ ਨੁਮਾਇੰਦੇ ਬੈਠੇ ਹੁੰਨੇ ਆ, ਇਹ ਆ ਕੇ ਤੇ ਜਿਵੇਂ ਟਿੰਡ ਚ ਕਾਨਾ ਨਹੀਂ ਪਾਉਂਦੇ, ਮਤਲਬ ਕਿ ਲੋਕਲ ਲੈਵਲ ਦੇ ਸਵਾਲ ਨਹੀਂ ਪੁੱਛਦੇ ਜਾਂ ਫਲਾਣੇ ਵਿਰੋਧੀ ਨੇ ਕਹਿ ਦਿੱਤਾ ਤੁਹਾਡੇ ਬਾਰੇ ਜਾਂ ਤੁਹਾਡੀ ਕੋਈ ਕੂਟਨੀਤਿਕ ਜਾਂ ਕੋਈ ਰਾਜਨੀਤਿਕ ਫੇਲੀਅਰ ਹੈ ਉਹ ਨਹੀਂ ਗਣਾਉਂਦੇ। ਉਹਨਾਂ ਦੇ ਕਹਿਣ ਦਾ ਮਤਲਬ ਇਨਡਾਇਰੈਕਟਲੀ ਇਹ ਸੀਗਾ। ਤੇ ਇੰਡੀਆ ਦਾ ਮੀਡੀਆ ਪੂਰਾ ਫੂਕ ਛੱਕ ਗਿਆ ਕਿ ਬੱਲੇ 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 US ਦਾ ਪ੍ਰੈਜ਼ੀਡੈਂਟ ਸਾਨੂੰ ਆਹ ਗੱਲ ਕਹਿੰਦਾ ਵਾ, ਪਰ ਉਹਨਾਂ ਦੇ ਮੀਡੀਆ ਨੇ ਇਸ ਗੱਲ ਦਾ ਐਤਰਾਜ਼ ਕੀਤਾ ਬਕਾਇਦਾ। ਫਿਰ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਬੁਲਾਰੇ ਨੂੰ ਉਸ ਗੱਲ ਤੇ ਸਪਸ਼ਟੀਕਰਨ ਦੇਣਾ ਪਿਆ ਸੀਗਾ। ਤਾਂ US ਦੇ ਮੀਡੀਆ ਨੇ, ਹਾਲਾਂਕਿ ਉਹਨਾਂ ਦੀ ਵੀ ਦਰਜਾਬੰਦੀ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਪ੍ਰੈਸ ਦੀ ਆਜ਼ਾਦੀ ਦੀ ਦਰਜਾਬੰਦੀ ਦੀ ਗੱਲ ਕਰੋਗੇ ਉਹਨਾਂ ਦੀ ਵੀ 40ਵੇਂ 42ਵੇਂ ਤੇ ਹੋਊਗੀ, ਪਰ ਅਸੀਂ ਤੇ 142ਵੇਂ ਤੇ ਆ। ਤਾਂ ਉਹਨਾਂ ਨੇ ਜਦੋਂ ਪੋਟਿਆਂ ਤੇ ਗਿਣ ਕੇ ਸਾਰੀਆਂ ਚੀਜ਼ਾਂ ਦੱਸੀਆਂ ਤੇ ਉਦੋਂ ਸਾਰੇ ਸ਼ੁਰੂ ਹੋ ਗਏ ਸੀ, ਚੁੱਪ ਹੋ ਗਏ ਸੀ। ਹੁਣ ਤੁਸੀਂ ਇਸ ਐਪੀਸੋਡ ਦੇ ਵਿੱਚ ਜੋ ਇਹ ਚੱਲ ਰਿਹਾ ਸਾਡਾ, ਲਾ ਲਓ ਕਿ 2-3 ਦਿਨ ਤੋਂ, ਜਿਹਨੂੰ ਆਪਾਂ ਦੁਖਾਂਤ ਕਹੀਏ ਤਾਂ ਬਿਹਤਰ ਹੋਏਗਾ, ਤਾਂ ਇਸ ਸਾਰੇ ਘਟਨਾ ਚੱਕਰ ਦੇ ਵਿੱਚ ਸਾਡੀ ਭਾਰਤੀ ਮੀਡੀਆ ਦੀ ਜਿਹੜੀ ਪਹੁੰਚ ਹੈ ਉਹ ਕਿੱਥੇ ਖਲੋਤੀ ਆ ਬਹੁਤ ਆਸਾਨੀ ਨਾਲ ਤੁਸੀਂ ਦੇਖ ਸਕਦੇ ਹੋ।
ਕਿ ਪੀੜਤਾਂ ਨੂੰ ਟਾਈਮ ਘੱਟ ਦੇਣਾ ਤੇ ਦੋਸ਼ੀਆਂ ਦੀਆਂ ਬਾਈਟਾਂ ਜਿਹੜੀਆਂ ਉਹ ਕਹਿ ਲੋ ਕਿ ਜਿੱਦਾਂ ਗਾਣੇ ਨਹੀਂ ਗਾਉਂਦੇ ਪੰਜਾਬੀ ਕਿ ਰਿਪੀਟ ਤੇ ਗਾਣਾ ਵੱਜਦਾ, ਉਹਨਾਂ ਦੀਆਂ ਬਾਈਟਾਂ ਰਿਪੀਟ ਤੇ ਲੱਗਦੀਆਂ ਰਹੀਆਂ ਨੇ। ਪੂਰਾ ਸਮਾਂ ਦਿੱਤਾ ਗਿਆ ਉਹਨਾਂ ਨੂੰ ਕਿ ਤੁਸੀਂ ਆਪਣੀ ਸਫਾਈ ਜਿਹੜੀ ਆ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਰੱਖੋ। ਫਿਰ ਦੂਜੀ ਚੀਜ਼ ਇਹ ਆ ਕਿ ਤਕਰੀਬਨ ਮਾਮਲਾ ਇਹਨਾਂ ਨੇ ਇਹ ਜਿਹੜਾ ਸੀਗਾ ਉਹ ਰੱਦੀ ਦੀ ਟੋਕਰੀ ਚ ਪਾ ਦਿੱਤਾ ਸੀਗਾ। ਜੇ ਵਿਚਾਲ ਦੀ 4-5 ਵੀਡੀਓ ਜਿਹੜੀਆਂ ਉਹ ਨਾ ਨਿਕਲਦੀਆਂ, ਇਹ ਵੀਡੀਓ ਨਿਕਲੀਆਂ, ਸਾਰੀ ਗੇਮ ਜਿਹੜੀ ਆ ਉੱਥੋਂ ਹੀ ਪਲਟ ਗਈ। ਜੇ ਤੁਸੀਂ ਵੇਖੋਗੇ ਤਾਂ ਪਰਿਵਾਰਾਂ ਦੀ ਸਹਿਮਤੀ ਵੀ ਇੱਕ ਵਾਰੀ ਬਣ ਗਈ, ਸਾਰਾ ਕੁਝ ਹੋ ਗਿਆ, ਲੋਕਾਂ ਨੂੰ ਲੱਗਿਆ ਕਿ ਤਾਂ ਕੰਮ ਖਤਮ ਹੋ ਗਿਆ। ਪਰੰਤੂ ਜਿਵੇਂ ਹੀ ਅਗਲੇ ਦਿਨ ਵੀਡੀਓ ਨਿਕਲੀਆਂ ਤਾਂ ਫਿਰ ਟੋਟਲੀ ਸਾਰਾ ਕੁਝ ਬਦਲ ਗਿਆ। ਠੀਕ ਹੈ ਜੀ। ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਕਹਿ ਸਕਦੇ ਹਾਂ ਕਿ ਜਿਵੇਂ ਵੀਡੀਓ ਵਾਇਰਲ ਹੋਈਆਂ ਸਾਰਾ ਕੁਝ ਬਦਲ ਜਾਂਦਾ ਹੈ। ਪਰੰਤੂ ਉੱਥੇ ਵੀ ਮੀਡੀਆ ਦਾ ਤੁਸੀਂ ਇੱਕ ਰੋਲ ਦੇਖੋਗੇ, ਖਾਸ ਤੌਰ ਤੇ ਜਿਹੜਾ ਸਾਡਾ ਕੌਮੀ ਮੀਡੀਆ, ਜਿਹੜੇ ਬਹੁਤ ਵੱਡੇ ਵੱਡੇ ਮੀਡੀਆ ਸੰਸਥਾਨ ਆ, ਉਹ ਕਿਸ ਤਰ੍ਹਾਂ ਦਾ ਰੋਲ ਪਲੇ ਕਰ ਰਹੇ ਸੀਗੇ। ਜੇ ਤੁਸੀਂ ਦੇਖੋਗੇ ਤਾਂ ਇੱਕ ਅਖਬਾਰ ਹੈ ਪ੍ਰਿੰਟ, ਹੁਣ ਪ੍ਰਿੰਟ ਮੀਡੀਆ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪ੍ਰਿੰਟ ਮੀਡੀਆ ਥੰਮ ਹੈ ਅਸਲ ਦੇ ਵਿੱਚ, ਜੇ ਕਹੀਏ ਤਾਂ ਪ੍ਰਿੰਟ ਮੀਡੀਆ ਦੀ ਕਲਮ ਕਿਸ ਤਰ੍ਹਾਂ ਕਹਿੰਦੀ ਹੈ ਕਿ ਜਿਹੜੇ ਕਿਸਾਨ ਆ ਉਹਨਾਂ ਦੀ ਹਿੰਸਾ ਦੇ ਵਿੱਚ 8 ਲੋਕਾਂ ਦੀ ਮੌਤ। ਠੀਕ ਆ ਕਿ ਘਟਨਾ ਤੋਂ ਬਾਅਦ ਕੁਝ ਜਿਹੜੇ ਉਹਨਾਂ ਦੇ ਕਾਰਕੁਨ ਨੇ ਕਥਿਤ ਤੌਰ ਤੇ ਕਿਹਾ ਗਿਆ ਕਿ ਭਾਈ ਭੀੜ ਦੇ ਗੁੱਸੇ ਦਾ ਸ਼ਿਕਾਰ ਹੋਏ ਨੇ, ਪਰੰਤੂ ਕੀ ਕਿਸਾਨਾਂ ਨੇ ਆਪਣੇ ਆਪ ਨੂੰ ਵੀ ਮਾਰਿਆ ਹਿੰਸਕ ਹੋ ਕੇ? ਬਹੁਤ ਵੱਡਾ ਸਵਾਲ ਆ। ਮਤਲਬ ਕਿ ਹੈਡਿੰਗ ਦੇਖੋ ਇੱਕ ਅਖਬਾਰ ਦੀ, ਉਹ ਐਸਾ ਟੁੱਚਰ ਅਖਬਾਰ ਨਿਕਲਿਆ ਕਿ ਦਹਾਕਿਆਂ ਤੱਕ ਉਹਨੇ ਇੰਡੀਆ ਦੇ ਵਿੱਚ ਵਧੀਆ ਕੰਮ ਕੀਤਾ, ਪਰੰਤੂ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਸਾਰੇ ਰਿਕਾਰਡ ਹੀ ਤੋੜ ਦਿੱਤੇ ਆ। ਉਹਨੇ ਗਰਕਣ ਵਾਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਆ। ਕਿਉਂਕਿ ਦੇਖੋ, ਜੇ ਉੱਡਣ ਦੀ ਕਹਿ ਲਈਏ ਕਿ ਕੋਈ ਸੀਮਾ ਨਹੀਂ ਹੁੰਦੀ, ਜਦੋਂ ਤੁਸੀਂ ਉੱਡਣਾ ਚਾਹੋ ਨਾ, ਵੱਡੇ ਬਣਨਾ ਚਾਹੋ, ਕੋਈ ਸੀਮਾ ਨਹੀਂ, ਜਿੱਥੋਂ ਤੱਕ ਮਰਜ਼ੀ ਤੁਸੀਂ ਉਡਾਰੀ ਭਰ ਲਵੋ। ਬਾਜ਼ ਬਾਰੇ ਆਪਾਂ ਸੁਣਦੇ ਹੀ ਆ ਨਾ ਕਿ ਜਦੋਂ ਕਾਂ ਜਿਹੜਾ ਹੁੰਦਾ ਹੈ ਨਾ, ਕਾਂ ਮੀਂਹ ਦੇ ਵਿੱਚ ਉਦਾਂ ਤੇ ਉਹ ਬੜੀ ਕਾਂ 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 ਕਰਦਾ ਹੈ, ਜਦੋਂ ਮੀਂਹ ਆ ਜਾਵੇ ਥੋੜਾ ਜਿਹਾ ਫਿਰ ਨਾ ਸਿਰ ਕਰਕੇ ਨਾ ਛੱਤ ਟੋਲਦਾ ਹੈ। ਬਾਜ ਜਿਹੜਾ ਹੈ ਨਾ ਉਹ ਮੀਂਹ ਦੇ ਵਿੱਚ ਮੀਂਹ ਨੂੰ ਚੀਰ ਕੇ ਅਸਮਾਨ ਛੁੱਟਦਾ ਹੈ। ਇਹ ਫਰਕ ਹੁੰਦਾ ਹੈ। ਉਹ ਬੋਲਦਾ ਨਹੀਂ, ਇਹਨਾਂ ਰੌਲਾ ਨਹੀਂ ਪਾਉਂਦਾ। ਇਹ ਜਿਹੜਾ ਸਾਡਾ ਮੀਡੀਆ, ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੇ ਵਸਿੰਦੇ ਆ, ਫਲਾਂ ਸਾਡਾ ਮੀਡੀਆ ਬੜਾ ਚੋਟੀ ਦਾ ਮੀਡੀਆ, ਇਹਨਾਂ ਦਾ ਬੜਾ ਘਟੀਆ ਰੋਲ ਰਿਹਾ। ਔਰ ਇਸੇ ਅਖਬਾਰ ਨੇ ਜਦੋਂ ਕਠੂਆ ਗੈਂਗਰੇਪ ਹੋਇਆ ਸੀ, ਇਹਨਾਂ ਨੇ ਆਖਿਆ ਸੀਗਾ ਕਿ ਬੱਚੀ ਦੇ ਨਾਲ ਬਲਾਤਕਾਰ ਹੋਇਆ ਹੀ ਨਹੀਂ। ਤੁਸੀਂ ਦੇਖੋ, ਇੱਕ ਅਖਬਾਰ ਦੇ ਨਾਂ ਤੇ ਕਦੇ ਸੋਚ ਸਕਦੇ ਹੋ ਕਿ ਆਪਾਂ ਕੋਈ ਇਹੋ ਜਿਹੀ ਜੱਜਮੈਂਟ ਦੇ ਦੇਈਏ? ਨਹੀਂ। ਬਿਨਾਂ ਕਿਸੇ ਮੈਡੀਕਲ ਪ੍ਰੂਫ ਤੋਂ, ਬਿਨਾਂ ਕਿਸੇ ਆਪਾਂ ਇਨਵੈਸਟੀਗੇਸ਼ਨ ਤੋਂ, ਕਿਉਂਕਿ ਇਨਵੈਸਟੀਗੇਸ਼ਨ ਤੇ ਪੁਲਿਸ ਦਾ ਕੰਮ ਹੈ ਨਾ। ਹਾਂਜੀ। ਜਦੋਂ ਤੱਕ ਇਨਵੈਸਟੀਗੇਸ਼ਨ ਹੋਈ ਹੀ ਨਹੀਂ ਤੁਹਾਡੇ ਕੋਲ, ਤੁਸੀਂ ਕੀ ਇਨਵੈਸਟੀਗੇਸ਼ਨ ਕਰ ਲਓਗੇ ਜਰਨਲਿਜ਼ਮ ਦੇ ਵਿੱਚ ਇੱਕ ਬਲਾਤਕਾਰ ਦੇ ਮਾਮਲੇ ਦੀ? ਤਾਂ ਬਿਨਾਂ ਕਿਸੇ ਤੱਥ ਤੋਂ ਇਸ ਅਖਬਾਰ ਨੇ ਉਦੋਂ ਵੀ ਇਹੋ ਜਿਹਾ ਪ੍ਰਾਪੇਗੰਡਾ ਕੀਤਾ। ਇਹੀ ਹਾਲ ਟੈਲੀਵਿਜ਼ਨ ਚੈਨਲਾਂ ਦਾ। ਹੁਣ ਦੇਖੋ, ਇੱਕ ਮੁੰਡੇ ਨੇ ਟੀ-ਸ਼ਰਟ ਪਾਈ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲੱਗੀ, ਉਸ ਚੀਜ਼ ਨੂੰ ਆਧਾਰ ਬਣਾ ਕੇ ਵਿੱਚ ਖਾਲਿਸਤਾਨ ਵਾਲਾ ਜਿਹੜਾ ਇਹਨਾਂ ਨੇ ਤੱਤ ਸੀ ਉਹ ਵੀ ਪਾਤਾ, ਐਲੀਮੈਂਟ ਜੋੜ ਦਿੱਤਾ। ਔਰ ਨਾਲ ਇਹ ਕਿਹਾ ਗਿਆ ਕਿ ਸਾਰੀ ਨਾ ਰੂਪ ਰੇਖਾ ਜਿਹੜੀ ਸੀਗੀ ਉਹ ਇੱਕ ਗਰੁੱਪ ਤੋਂ ਤਿਆਰ ਹੋਈ ਸੀਗੀ। ਵਿਸ਼ਵ ਜੀ ਬੜਾ ਇੱਕ ਜੇ ਕਹੀਏ ਤਾਂ ਕਾਮਨ ਸੈਂਸ ਨਾਲ ਸਮਝਣ ਦਾ ਸਵਾਲ ਆ, ਕੋਈ ਇਹਦੇ ਨਾਲ ਰਾਕਟ ਸਾਇੰਸ ਨਹੀਂ ਹੈਗੀ ਕਿ ਰਾਕਟ ਸਾਇੰਸ ਨਾਲ ਹੀ ਸਮਝ ਆਊਗੀ ਕਿ ਕੀ ਕਿਸਾਨਾਂ ਨੇ ਆਪਣੇ ਬੰਦੇ ਮਾਰਨ ਦੀ ਸਾਜ਼ਿਸ਼ ਰਚੀ ਹੋਈ ਸੀ। ਔਰ ਜਿਹੜੀ ਵੀਡੀਓ ਸਾਫ਼ ਤੌਰ ਤੇ ਦੱਸਦੀ ਆ ਕਿ ਕਿਸ ਤਰ੍ਹਾਂ ਵਿਸਰ ਭੋਲੇ ਤੁਰੇ ਜਾਂਦੇ ਨੇ, ਪਿੱਛੋਂ ਆ ਕੇ ਗੱਡੀ ਉਹਨਾਂ ਨੂੰ ਮਿੱਧ ਦਿੰਦੀ ਆ। ਤੁਸੀਂ ਕੋਈ ਵੀ ਕਾਰਨ ਦਿਓ, ਫਰਜ਼ ਕਰੋ ਮੈਂ ਜਿਵੇਂ ਅੱਗੇ ਸਾਈਕਲ ਵਾਲੀ ਗੱਲ ਤੁਹਾਨੂੰ ਦੱਸੀ ਆ, ਮੈਨੂੰ ਪਿੱਛੇ ਕਿਸੇ ਨੇ ਕੋਈ ਗਾਲ ਕੱਢੀ ਹੈ ਜਾਂ ਪੱਥਰ ਮਾਰਿਆ, ਮੈਂ ਅੱਗੇ ਜਾ ਕੇ ਉਹਦੇ ਨਿਰਦੋਸ਼ ਰਿਸ਼ਤੇਦਾਰ ਨੂੰ ਥੋੜੀ ਮਾਰ ਸਕਦਾ। ਬਿਲਕੁਲ ਜੀ। ਜੇ ਉਹਨੇ ਕੋਈ ਗਲਤੀ ਕੀਤੀ ਹੈ ਮੈਂ ਕੰਪਲੇਂਟ ਦਰਜ ਕਰਾਵਾਂ, ਜਾਂ ਮੈਂ ਕੋਈ ਹੋਰ ਹੀਲਾ ਵਸੀਲਾ ਕਰਾਂ, ਇੱਕ ਵਾਰੀ ਆਪਦਾ ਆਸਾ ਪਾਸਾ ਕਰ ਲਵਾਂ, ਇਹੀ ਹੋ ਸਕਦਾ ਹੈ ਨਾ। ਪਰੰਤੂ ਕਮਾਲ ਦੀ ਗੱਲ ਹੈ ਕਿ ਸਜ਼ਾ ਕਿਹਨੂੰ ਦਿੱਤੀ ਗਈ ਹੈ? ਜਿਹਦਾ ਕੋਈ ਦੋਸ਼ ਹੀ ਨਹੀਂ, ਜਿਹੜਾ ਕਿ ਘਰਾਂ ਨੂੰ ਤੁਰਿਆ ਜਾ ਰਿਹਾ ਸੀਗਾ ਬੇਦੋਸ਼ਾ। ਇਹ ਕੀ ਚੱਲ ਰਿਹਾ? ਸਮਝ ਤੋਂ ਬਾਹਰ ਦੀ ਗੱਲ ਆ। ਸੋ ਮੀਡੀਆ ਦਾ ਰੋਲ ਵੀ ਬੜਾ ਘਟੀਆ ਰਿਹਾ। ਮੈਂ ਨਹੀਂ ਕਹਿੰਦਾ ਕਿ ਇੱਕ ਪਾਸਾ ਦਿਖਾਓ, ਦੋ ਪਾਸੇ ਹੀ ਦਿਖਾਉਣੇ ਚਾਹੀਦੇ ਆ ਮੀਡੀਆ ਨੂੰ। ਇਹ ਨਹੀਂ ਮੈਂ ਕਹਿੰਦਾ ਕਿ ਜਿਹਦੇ ਤੇ ਇਲਜ਼ਾਮ ਲੱਗ ਜਾਣ ਤੇ ਮੀਡੀਆ ਉਹਨੂੰ ਜੱਜਮੈਂਟਲ ਹੋ ਕੇ ਫਾਂਸੀ ਤੇ ਲਟਕਾਉਣ ਤੱਕ ਚਲਾ ਜਾਵੇ। ਨਹੀਂ, ਉਹਦਾ ਪੱਖ ਵੀ ਰੱਖਿਆ ਜਾਣਾ ਚਾਹੀਦਾ। ਪਰ ਪੱਖ ਰੱਖਣ ਦੇ ਵਿੱਚ ਪੱਖਪਾਤ ਕਰਨਾ, ਇਹ ਇੱਕ ਵੱਖਰਾ ਕਹਿ ਲੋ ਕਿ ਪਹਿਲੂ ਹੈ ਇਸ ਕਹਾਣੀ ਦਾ,
ਸੋ ਬਹੁਤ ਘਟੀਆ, ਮੈਂ ਤੇ ਇਸ ਸਮਝਦਾ ਕਿ ਰੋਲ ਨੂੰ ਬਹੁਤ ਘਟੀਆ ਕਿਹਾ ਜਾਵੇ ਤਾਂ ਉਹ ਵੀ ਘਟੀਆ ਗੱਲ ਹੋਏਗੀ, ਇਹਨੂੰ ਤੇ ਸੁਪਰ ਘਟੀਆ ਕਹਿਣਾ ਚਾਹੀਦਾ ਕਿ ਤੁਸੀਂ ਵੱਖ-ਵੱਖ ਆਪਣੇ ਕੋਲੋਂ ਥਿਊਰੀਆਂ ਕੱਢ ਰਹੇ ਹੋ, ਆਪਣੇ ਕੋਲੋਂ ਤੁੱਕੇ ਲਾ ਰਹੇ ਹੋ। ਔਰ ਦੇਖੋ ਕਮਾਲ ਦੀ ਗੱਲ ਆ ਕਿ ਸ਼ਾਹਰੁਖ ਖਾਨ ਦੇ ਮੁੰਡੇ ਤੋਂ ਪਤਾ ਨਹੀਂ ਕੁਝ ਫੜਿਆ ਗਿਆ ਕਿ ਨਹੀਂ ਫੜਿਆ ਗਿਆ, ਸਭ ਦੇ ਬੱਚਿਆਂ ਦੀਆਂ ਗਲਤੀਆਂ ਹੁੰਦੀਆਂ, ਕੁਝ ਦੀਆਂ ਚਾਰ ਦੀਵਾਰੀਆਂ 'ਚ ਛੁਪ ਜਾਂਦੀਆਂ, ਦਫਨ ਹੋ ਜਾਂਦੀਆਂ, ਕੁਝ ਦੀਆਂ ਰੁਸਵਾ ਹੋ ਜਾਂਦੀਆਂ ਨੇ, ਹਾਂਜੀ, ਜੱਗ ਜ਼ਾਹਰ ਹੋ ਜਾਂਦੀਆਂ ਨੇ। ਤਾਂ ਉਹ ਮੁੰਡਾ ਛੋਟੀ ਉਮਰ ਦਾ, ਹੋ ਸਕਦਾ ਗਲਤੀ ਹੋ ਗਈ ਹੋਵੇ। ਇੱਕ ਵਾਰੀ ਤੁਹਾਨੂੰ ਯਾਦ ਹੋਣਾ, ਇੱਕ ਬਹੁਤ ਵੱਡਾ ਲੀਡਰ ਹੁੰਦਾ ਸੀ ਪ੍ਰਮੋਦ ਮਹਾਜਨ। ਹਾਂਜੀ, ਪ੍ਰਮੋਦ ਮਹਾਜਨ ਭਾਜਪਾ ਦੇ ਪੈਰ ਲਾਉਣ ਵਾਲਿਆਂ ਚੋਂ ਇੱਕ ਸੀ। ਹਾਂਜੀ, ਉਹਦਾ ਮੁੰਡਾ ਵੀ ਇਸੇ ਤਰ੍ਹਾਂ ਦੇ ਕੇਸ 'ਚ ਫਸ ਗਿਆ ਤੇ ਅਟਲ ਬਿਹਾਰੀ ਵਾਜਪਾਈ ਉਦੋਂ ਪੂਰੀ ਚੜ੍ਹਤ 'ਚ ਹੁੰਦੇ ਸੀ ਤੇ ਉਹਨਾਂ ਆਖਿਆ ਸੀ ਜਵਾਨੀ 'ਚ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ। ਠੀਕ ਹੈ। ਤੇ ਹੁਣ ਦੂਜੇ ਦੇ ਮੁੰਡੇ ਬਾਰੇ ਤੁਸੀਂ ਦੇਖ ਲਓ ਕਿ ਕੀ ਉੱਥੇ ਚੱਲ ਰਿਹਾ ਹੈ। ਔਰ ਜਿੱਥੋਂ ਟੰਨਾਂ ਦੀ ਟਨ ਹੈਰੋਇਨ ਟੱਪੀ ਆ ਹਾਂਜੀ, ਅਡਾਨੀ ਪੋਰਟ ਤੋਂ, ਉਸ ਖਬਰ ਨੂੰ ਬਿਲਕੁਲ ਦਬਾ ਲਿਆ ਗਿਆ। ਜਿੱਥੋਂ ਟੰਨਾਂ ਦੇ ਟਨ ਹੈਰੋਇਨ ਜਿਹੜੀ ਟੱਪ ਚੁੱਕੀ ਸੀ ਜਾਂ ਟੱਪ ਰਹੀ ਸੀ, ਜਿਹੜੀ ਔਨ ਦਾ ਰੈਕਾਰਡ ਆ, ਮੈਂ ਆਪਣੇ ਕੋਲੋਂ ਨਹੀਂ ਗੱਲ ਕਰ ਰਿਹਾ ਕੋਈ, ਹਾਂਜੀ, ਤਾਂ ਉਸ ਖਬਰ ਨੂੰ ਮਾਰ ਦਿੱਤਾ ਜਾਂਦਾ ਹੈ ਬੇਹੱਦ ਚਲਾਕੀ ਵਾਲੇ ਤਰੀਕੇ ਨਾਲ। ਸੋ ਕਹਿ ਸਕਦੇ ਹਾਂ ਜੇ ਪੁਲਿਸ ਮਕਾਰੀ ਕਰ ਰਹੀ ਹੈ ਤਾਂ ਮੀਡੀਆ ਜਿਹੜਾ ਉਹ ਤੋਂ ਵੀ ਜ਼ਿਆਦਾ ਰੋਲ ਘਟੀਆ ਪਲੇ ਕਰ ਰਿਹਾ। ਮਕਾਰੀ ਦੀ ਥਾਂ ਤੇ ਆਪਾਂ ਕਹਿ ਸਕਦੇ ਧੱਕਾਰ, ਇੱਕ ਹਿੰਦੀ ਦਾ ਸ਼ਬਦ ਹੈ ਨਾ ਧੱਕਾਰ, ਤੇ ਇਹ ਧੱਕਾਰੀ ਵਾਲਾ ਰੋਲ ਆ। ਇਹ ਉਹੀ ਹੈ ਨਾ ਜੀ, ਮੀਡੀਆ ਦਾ ਕੰਮ ਤਾਂ ਤੱਥਾਂ ਦੀ ਪੜਚੋਲ ਕਰਨਾ ਹੈ, ਦੋਨੋਂ ਪਾਰਟੀਆਂ ਦਾ ਪੱਖ ਸਾਹਮਣੇ ਰੱਖਣਾ ਹੈ, ਜਾਂ ਕੀ ਉੱਥੇ ਵਾਪਰਿਆ ਤੇ ਕੀ ਹੋ ਸਕਦਾ ਸੀ, ਬਣਦੀ ਕਾਰਵਾਈ ਸਹੀ ਹੋਈ ਕਿ ਨਹੀਂ, ਦੋਨੋਂ ਧਿਰਾਂ ਦਾ ਪੱਖ ਦੁਨੀਆ ਸਾਹਮਣੇ ਰੱਖਣਾ, ਇਹੀ ਮੀਡੀਆ ਦਾ ਧਰਮ ਤੇ ਕਰਮ ਹੈ। ਉਮੀਦ ਕਰਦੇ ਹਾਂ ਕਿ ਭਾਰਤੀ ਮੀਡੀਆ ਜਾਂ ਦੁਨੀਆ ਦੇ ਵਿੱਚ ਕੋਈ ਵੀ ਮੀਡੀਆ ਆਊਟਲੈਟ ਜੇ ਆਪਣਾ ਕੰਮ ਕਰ ਰਹੇ ਹੋ, ਆਪਣਾ ਕਰਮ ਤੇ ਧਰਮ ਦੋਨੋਂ ਸਹੀ ਤਰੀਕੇ ਨਾਲ ਨਿਭਾਉਣ। ਜਿਹੜੀ ਤੁਸੀਂ ਇਹ ਗੱਲ ਕਹੀ, ਕੀ ਇਹ ਕਤਲੇਆਮ ਦੇ ਵਿੱਚ ਤੁਹਾਨੂੰ ਕੋਈ ਨਫ਼ਰਤ ਜਾਂ ਕੋਈ ਜੈਲਸੀ ਵਾਲਾ ਫੈਕਟਰ ਤੁਹਾਨੂੰ ਦਿਖਦਾ ਜੀ? ਕੀ ਐਂਗਲ ਬਣ ਸਕਦਾ? ਉਹ ਵੀ ਇੱਕ ਐਸਪੈਕਟ ਹੈ। ਹਾਂਜੀ ਦੇਖੋ, ਹਾਂਜੀ ਮੈਨੂੰ ਥੋੜਾ ਜਿਹਾ ਨਜ਼ਰ ਆਉਂਦਾ ਹੈ ਵਿਸ਼ੂ ਜੀ, ਕਿਉਂਕਿ ਜਿਸ ਤਰੀਕੇ ਨਾਲ ਸਾਡੇ ਕਹਿ ਲਓ ਕਿ ਇਸ ਦੇਸ਼ ਦੇ ਇੱਕ ਵਜ਼ੀਰ ਨੇ ਧਮਕੀਆਂ ਦੇਣੀਆਂ ਸਟਾਰਟ ਕੀਤੀਆਂ, ਉਸ ਤੋਂ ਪਹਿਲਾਂ ਜੇ ਤੁਸੀਂ ਵੇਖੋਗੇ ਤਾਂ ਉਸ ਇਲਾਕੇ ਦੇ ਵਿੱਚ ਕੋਈ ਜ਼ਿਆਦਾ ਵੱਡਾ ਬੇਸ ਹੈ ਨਹੀਂ ਸੀਗਾ ਕਿਸਾਨ ਸੰਗਠਨਾਂ ਦਾ, ਤਾਂ ਕੁਝ ਨੌਜਵਾਨ ਜਾਂ ਕੁਝ ਕਿਸਾਨ ਜਿਹੜੇ ਆ ਉਹ ਲਾਮਬੰਦ ਹੁੰਦੇ ਆ, ਛੋਟੇ ਮੋਟੇ ਪ੍ਰੋਟੈਸਟ ਕਰਦੇ, ਉਹਨਾਂ ਛੋਟੇ ਮੋਟੇ ਪ੍ਰੋਟੈਸਟਾਂ ਤੋਂ ਡਰਦਾ ਉਹ ਧਮਕੀਆਂ ਤੇ ਉੱਤਰ ਆਉਂਦਾ। ਇੱਕ ਮੁੰਡਾ ਜਿਹੜਾ ਕਿ ਉੱਥੇ ਲੀਡ ਕਰ ਰਿਹਾ ਸੀ, ਉਹਦੇ ਤੇ ਪਰਚਾ ਵੀ ਪਾਇਆ ਜਾਂਦਾ, ਉਹਦਾ ਸਕੂਲ ਸੀ, ਸਕੂਲ ਬੰਦ ਕਰਾਉਣ ਦਾ ਡਰਾਵਾ ਵੀ ਦਿੱਤਾ ਜਾਂਦਾ ਆ। ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੇਖ ਕੇ ਤੇ ਇਉਂ ਲੱਗਦਾ ਆ ਕਿ ਕਿਤੇ ਨਾ ਕਿਤੇ ਖੇਡ ਖੇਡੀ ਜਾ ਰਹੀ ਸੀਗੀ। ਔਰ ਦੂਜੀ ਗੱਲ ਆ, ਵੈਸੇ ਜੇ ਤੁਸੀਂ ਵਿਸਥਾਰ ਪੜ੍ਹਨਾ ਹੋਵੇ, ਕਿਸੇ ਨੇ ਤਫਸੀਲ ਪੜ੍ਹਨਾ ਹੋਵੇ, ਤਾਂ ਮੈਂ ਕੋਟ ਕਰ ਦੇਣਾ ਕਿ ਕੱਲ ਸ਼ਾਇਦ ਪਹਿਰੇਦਾਰ ਅਖਬਾਰ ਦੇ ਵਿੱਚ ਇੱਕ ਬਹੁਤ ਵਧੀਆ ਆਰਟੀਕਲ ਲਿਖਿਆ ਸੀ ਮੰਡਿਆਣੀ ਸਾਹਿਬ, ਜਿਹੜੇ ਕਿ ਉਮਰ 'ਚ ਸਾਡੇ ਤੋਂ ਬਹੁਤ ਵੱਡੇ ਆ ਪਰ ਸਾਡੇ ਭਰਾ ਨੇ, ਸਾਡੇ ਮਿੱਤਰ ਨੇ। ਉਹਨਾਂ ਦੀ ਲਿਖਤ ਆ, ਬਾ ਕਮਾਲ ਲਿਖਤ ਆ। ਉਹਨਾਂ ਨੇ ਤਰਾਈ ਦੇ ਏਰੀਏ ਦੇ ਵਿੱਚ ਜਿਹੜਾ ਇਹ ਵਸੇਬਾ ਹੋਇਆ ਨਾ ਆਪਣੇ ਸਿੱਖਾਂ ਦਾ, ਉੱਥੇ ਜਾ ਕੇ ਖਾਸ ਤੌਰ ਤੇ ਸਿੱਖ ਬਹੁਤ ਗਿਣਤੀ 'ਚ ਨੇ ਉੱਥੇ, ਜ਼ਿਆਦਾ ਤਰਾਈ ਦੇ ਏਰੀਏ 'ਚ ਜ਼ਿਆਦਾ ਜਿਹੜੇ ਪੰਜਾਬ 'ਚੋਂ ਗਏ ਨਾ ਉਹ ਸਿੱਖ ਭਾਈਚਾਰੇ ਦੇ ਲੋਕ ਨੇ। ਤੇ ਉੱਥੇ ਉਹਨਾਂ ਨੇ ਜਿਹੜਾ ਜਾ ਕੇ 50 ਤੋਂ ਬਾਅਦ ਇਸ ਜੰਗਲ ਬਿਆਬਾਨ ਨੂੰ ਆਬਾਦ ਕੀਤਾ, ਜਿਹੜੀ ਉਹਨਾਂ ਦੀ ਖੁਸ਼ਹਾਲੀ ਆ ਉਹਦੇ ਤੇ ਕਿਤੇ ਨਾ ਕਿਤੇ ਪਹਿਲਾਂ, ਕਿਉਂਕਿ ਪਹਾੜੀਆਂ ਨੇ, ਇੱਕ ਵਾਰੀ ਤੁਹਾਨੂੰ ਸ਼ਾਇਦ ਇਤਿਹਾਸ ਚੋਂ ਯਾਦ ਹੋਏਗਾ ਕਿ 60ਵੇਂ ਦੇ ਦਹਾਕੇ 'ਚ ਉੱਥੇ ਇੱਕ ਨੰਗਲ ਥਾਪਾ ਇੱਕ ਫਾਰਮ ਸੀਗਾ, ਜਿਹੜਾ ਸਾਡਾ ਇੱਥੋਂ ਮੇਰੇ ਖਿਆਲ ਦੇ ਨਾਲ ਕੁਛ ਰਾਏ ਸਿੱਖ ਪਰਿਵਾਰ ਗਏ ਸਨ, ਉਹਨਾਂ ਦੇ ਵਿੱਚੋਂ ਕਿਸੇ ਦਾ ਸੀਗਾ। ਹਾਂਜੀ, ਤਾਂ ਉਹਨਾਂ ਨੇ ਉੱਥੇ ਹਮਲਾ ਕਰ ਦਿੱਤਾ ਸੀ। ਉਦੋਂ ਵੀ ਇੱਕ ਕਿਸਾਨ ਜਾਂ ਦੋ ਕਿਸਾਨਾਂ ਦੀ ਮੌਤ ਹੋਈ ਸੀਗੀ 60ਵੇਂ 'ਚ, ਪਰ ਉਦੋਂ ਪੰਜਾਬੀਆਂ ਨੇ ਬਹੁਤ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਤੇ ਉਹ ਸਾਰਾ ਮਾਮਲਾ ਫਿਰ ਜਿਹੜਾ ਹੈ ਨਾ ਉਹ ਉਲਟਾ ਪੈ ਗਿਆ ਸੀ। ਫਿਰ ਊਧਮ ਸਿੰਘ ਨਗਰ ਵਾਲਾ ਵੀ ਇਹੋ ਹੀ ਰੌਲਾ ਸੀਗਾ ਕਿ ਜਾਣਬੁੱਝ ਕੇ ਇਸ ਇਲਾਕੇ ਨੂੰ ਉੱਤਰਾਖੰਡ ਨਾਲ ਜੋੜ ਦਿੱਤਾ ਗਿਆ ਸੀ, ਪਹਾੜੀਆਂ ਨਾਲ, ਕਿ ਆਪੇ ਲੜਦੇ ਰਹਿਣਗੇ। ਠੀਕ ਹੈ ਜੀ। ਹੁਣ ਇਸੇ ਤਰਾਈ ਦੇ ਇਲਾਕੇ ਦੇ ਵਿੱਚ ਜਿਹੜੀ ਇਹ ਖੁਸ਼ਹਾਲੀ ਆ, ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਜੋ ਇੱਕ ਉੱਥੇ ਇਹਨਾਂ ਦਾ ਦਬਦਬਾ ਹੈ, ਦਾਬਾ ਹੈ ਜਾਂ ਖੁਸ਼ਹਾਲੀ ਹੈ, ਉਹ ਕਿਤੇ ਨਾ ਕਿਤੇ ਜੈਲਸ ਕਰਦੀ ਹੈ। ਠੀਕ ਹੈ ਜੀ, ਉਹ ਇਹਨਾਂ ਨੂੰ ਹੁੰਦੀ। ਸੋ ਇਹ ਪੱਖ ਹੈ ਕਿ ਜਿਸ ਤਰੀਕੇ ਦੇ ਨਾਲ ਇੱਥੋਂ ਦੇ ਜਿਹੜੇ ਆਪਣੇ ਕਹਿ ਲਓ ਕਿ ਮੂਲ ਤੌਰ ਤੇ ਪੰਜਾਬੀ ਆ, ਇੱਥੋਂ ਦੇ ਲੋਕਾਂ ਨੇ ਜਾ ਕੇ ਉੱਥੋਂ ਦੀ ਇੱਕ ਬਹੁਤ ਵੱਡੀ ਤਾਕਤ ਨੂੰ ਵੰਗਾਰਿਆ, ਆਪਣੇ ਆਪ ਨੂੰ ਯੂਨਾਈਟ ਕਰਕੇ, ਸੰਗਠਿਤ ਕਰਕੇ। ਉਹ ਜਿਹੜਾ ਲਲਕਾਰਾ ਸੀ ਉਹਨੇ ਸ਼ਾਇਦ, ਜਿਵੇਂ ਆਪਾਂ ਕਹਿ ਦਿੰਦੇ ਆ ਕਿ ਬਲਦੀ ਤੇ ਤੇਲ, ਕਿ ਕਿਸੇ ਦੇ ਸੀਨੇ 'ਚ ਬਲਦੀ ਪਈ ਸੀ, ਉਹਦੇ ਤੇ ਤੇਲ ਦਾ ਕੰਮ ਕੀਤਾ, ਤਾਂ ਕਿਤੇ ਨਾ ਕਿਤੇ ਫੈਕਟਰ ਹੋ ਸਕਦਾ ਵਿਸ਼ੂ ਜੀ। ਠੀਕ ਹੈ ਜੀ। ਮਿੰਟੂ ਜੀ, ਤੁਹਾਡੇ ਕੀਮਤੀ ਸਮੇਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਲਖੀਮਪੁਰ ਕਤਲੇਆਮ ਦੇ
ਐਸਪੈਕਟ ਤੋਂ ਪੁਲਿਸ ਦੀ ਬਣਦੀ ਕਾਰਵਾਈ ਹੋਈ ਕਿ ਨਹੀਂ, ਪੁਲਿਸ ਦਾ ਜਿਹੜਾ ਕਿਰਦਾਰ ਹੈ ਜਾਂ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਪ੍ਰੋਪਰ ਪਰਫਾਰਮ ਕਰ ਪਾਈ ਕਿ ਨਹੀਂ, ਤੇ ਮੀਡੀਆ ਦਾ ਰੋਲ ਖਾਸ ਤੌਰ ਤੇ ਇਸ ਕੇਸ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ, ਤੇ ਜਿਹੜੇ ਵੀ ਉੱਥੋਂ ਦੇ ਜਿਓਗ੍ਰਾਫੀਕਲ ਐਸਪੈਕਟ ਸੀਗੇ, ਜਿਹੜੇ ਉੱਥੋਂ ਦੇ ਆਲਰੇਡੀ ਲੋਕਲਾਈਜ਼ਡ ਐਲੀਮੈਂਟ ਜਿਹੜੇ ਆਲਰੇਡੀ ਕਾਫੀ ਟਾਈਮ ਤੋਂ ਪ੍ਰੈਵਲੈਂਟ ਨੇ, ਉਹਨਾਂ ਦੇ ਐਸਪੈਕਟ ਦੀ ਪੜਚੋਲ ਕੀਤੀ। ਅਸੀਂ ਤੁਹਾਡੇ ਧੰਨਵਾਦੀ ਹਾਂ, ਬਹੁਤ ਕੀਮਤੀ ਸਮਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਲਈ। ਇੱਦਾਂ ਹੀ ਜੁੜੇ ਰਹੋ CPC TV ਦੇ ਨਾਲ, ਅਗਲੇ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਧੰਨਵਾਦ। ਸੋ ਇਹ ਤੁਸੀਂ ਅੱਜ ਦਾ ਸ਼ੋਅ ਦੇਖਿਆ ਮਿੰਟੂ ਗੁਰਸਰੀਆ ਜੀ ਨਾਲ CPC TV ਦੇ ਉੱਤੇ। ਉਮੀਦ ਕਰਦਾ ਤੁਹਾਨੂੰ ਸ਼ੋਅ ਜ਼ਰੂਰ ਪਸੰਦ ਆਇਆ ਹੋਊਗਾ। ਜਿੱਦਾਂ ਕਿ ਇੱਕ ਕਲਾਕਾਰ ਲਈ ਤਾਲੀਆਂ ਉਹਦੀ ਖੁਰਾਕ ਹੁੰਦੀਆਂ, ਇੱਕ ਸਾਡੇ TV ਵਾਸਤੇ ਤੁਹਾਡੀ ਫੀਡਬੈਕ, ਤੁਹਾਡੇ ਸ਼ੇਅਰ, ਤੁਹਾਡੇ ਜਿਹੜੇ ਸੁਝਾਅ ਨੇ ਉਹ ਸਾਡੀ ਖੁਰਾਕ ਨੇ। ਤੁਸੀਂ ਇੱਦਾਂ ਹੀ ਸਾਨੂੰ ਸਹਿਯੋਗ ਦਿੰਦੇ ਰਹੋ। ਮੈਂ ਉਮੀਦ ਕਰਦਾ ਕਿ ਤੁਸੀਂ ਸਾਡਾ ਪ੍ਰੋਗਰਾਮ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਗੁਆਂਢੀਆਂ ਦੇ ਨਾਲ ਇੱਦਾਂ ਹੀ ਸ਼ੇਅਰ ਕਰੋਗੇ, ਵੱਧ ਤੋਂ ਵੱਧ ਸਾਨੂੰ ਇਨਕਰੇਜ ਕਰੋਗੇ। ਤੁਹਾਡੇ ਸਹਿਯੋਗ ਦੀ ਸਾਨੂੰ ਜ਼ਰੂਰਤ ਹੈ। ਇੱਦਾਂ ਹੀ CPC TV ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, CPC TV ਦੇ Facebook ਪੇਜ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ। ਧੰਨਵਾਦ। ਅਸੀਂ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਕਰਾਂਗੇ।